ਅੱਜ ਦੀ ਕਲਾਸ 'ਚ ਕਰਾਂਗੇ ਕੁਝ ਖਾਸ ਮੋਸਟ ਇੰਪੋਰਟੈਂਟ ਆਰਟੀਕਲਸ ਜਿਹੜੇ ਕਿ ਪੇਪਰ ਦੇ ਵਿੱਚ ਆਉਣ ਦੇ ਬਹੁਤ ਹੀ ਜ਼ਿਆਦਾ ਚਾਂਸਿਸ ਨੇ। ਅਤੇ ਹੁਣ ਜਿਨ੍ਹਾਂ ਦਾ ਪੰਜਾਬ ਪੁਲਿਸ ਕਾਂਸਟੇਬਲ ਦਾ ਪੇਪਰ ਹੋ ਰਿਹਾ ਹੈ ਜਾਂ ਫਿਰ ਆਉਣ ਵਾਲੇ ਮਹੀਨੇ 'ਚ ਹਜੇ ਉਹਨਾਂ ਦਾ ਪੇਪਰ ਹੈ, ਤਾਂ ਉਹ ਇਸ ਵੀਡੀਓ ਨੂੰ ਜ਼ਰੂਰ ਦੇਖਣ ਕਿਉਂਕਿ ਤੁਹਾਨੂੰ ਬਹੁਤ ਹੈਲਪ ਮਿਲੇਗੀ। ਕਿਉਂਕਿ ਪੰਜਾਬ ਪੁਲਿਸ ਦੇ ਪੇਪਰ ਦੇ ਵਿੱਚ ਆਰਟੀਕਲਸ ਬਹੁਤ ਹੀ ਜ਼ਿਆਦਾ ਦੇਖਣ ਨੂੰ ਮਿਲ ਰਹੇ ਨੇ। ਸੋ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ ਚੈਨਲ ਲਰਨ ਡੇਲੀ 'ਤੇ। ਅਤੇ ਜੇ ਤੁਸੀਂ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ 'ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਠੀਕ ਹੈ। ਵੀਡੀਓ ਨੂੰ ਸ਼ੇਅਰ ਕਰ ਦੇਣਾ ਔਰ ਲਾਈਕ ਕਰਨਾ ਨਾ ਭੁੱਲਿਓ। ਚਲੋ ਚੱਲਦੇ ਹਾਂ ਅੱਜ ਦੀ ਕਲਾਸ 'ਤੇ। ਤੋ ਪਾਰਟ 1 ਦੇ ਵਿੱਚ ਆਪਣੇ ਕੋਲ ਹੁੰਦੀਆਂ ਨੇ ਯੂਨੀਅਨ ਐਂਡ ਇਟਸ ਟੈਰੀਟਰੀਜ਼। ਅਤੇ ਇਹਦੇ ਵਿੱਚ ਫਸਟ ਆਰਟੀਕਲ ਜਿਹੜਾ ਹੁੰਦਾ ਕਹਿੰਦਾ ਇੰਡੀਆ ਸ਼ੈਲ ਬੀ ਯੂਨੀਅਨ ਆਫ ਸਟੇਟ, ਕਿ ਇੰਡੀਆ ਜੋ ਹੈ ਉਹ ਸਟੇਟਸ ਦੀ ਇੱਕ ਯੂਨੀਅਨ ਹੈ। ਮਤਲਬ ਕਿ ਸਟੇਟਸ ਨੂੰ ਇਕੱਠੀ ਕਰਕੇ ਇੱਕ ਯੂਨੀਅਨ ਬਣਾਈ ਗਈ ਹੈ। ਕੋਈ ਵੀ ਸਟੇਟ ਆਪਣੀ ਮਰਜ਼ੀ ਨਾਲ ਵੱਖ ਨਹੀਂ ਹੋ ਸਕਦੀ, ਇੱਕ ਯੂਨੀਅਨ ਹੈ, ਇਸ ਲਈ ਇਹਨੂੰ ਯੂਨੀਅਨਸ ਆਫ ਸਟੇਟ ਕਿਹਾ ਜਾਂਦਾ ਹੈ। ਤਾਂ ਫਿਰ ਆਉਂਦਾ ਆਪਣੇ ਕੋਲ ਸੈਕਿੰਡ ਆਰਟੀਕਲ ਐਸਟੈਬਲਿਸ਼ਮੈਂਟ ਆਫ ਨਿਊ ਸਟੇਟ। ਮਤਲਬ ਕਿ ਅਗਰ ਇੰਡੀਆ ਕਿਸੇ ਬਾਹਰਲੀ ਸਟੇਟ 'ਤੇ ਹਮਲਾ ਕਰਕੇ ਉਸ 'ਤੇ ਕਬਜ਼ਾ ਕਰ ਲੈਂਦਾ ਹੈ ਤਾਂ ਉਸ ਨੂੰ ਆਪਣੇ ਇੰਡੀਆ ਦੇ ਵਿੱਚ ਐਡ ਕੀਤਾ ਜਾ ਸਕਦਾ ਹੈ। ਇਹ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ। ਉਸ ਤੋਂ ਬਾਅਦ ਆਪਣੇ ਕੋਲ ਆਰਟੀਕਲ ਨੰਬਰ 3 ਹੈ ਫਾਰਮੇਸ਼ਨ ਆਫ ਨਿਊ ਸਟੇਟ ਐਂਡ ਅਲਟਰਨੇਸ਼ਨ ਆਫ ਏਰੀਆਜ਼ ਬਾਊਂਡਰੀਜ਼ ਐਂਡ ਨੇਮ ਆਫ ਐਗਜ਼ਿਸਟਿੰਗ ਸਟੇਟਸ। ਮਤਲਬ ਕਿ ਇੰਡੀਆ ਦੇ ਵਿੱਚ ਹੀ ਜੋ ਸਟੇਟਸ ਬਣੀਆਂ ਹੋਈਆਂ ਨੇ ਉਹਨਾਂ ਦੇ ਨਾਮ ਚੇਂਜ ਕਰਨਾ ਜਾਂ ਫਿਰ ਉਹਨਾਂ ਦੀਆਂ ਬਾਊਂਡਰੀਜ਼ ਨੂੰ ਛੋਟੀਆਂ ਵੱਡੀਆਂ ਕਰਨਾ। ਜਿਵੇਂ ਪੰਜਾਬ ਨੂੰ ਕਿੰਨੀ ਵਾਰ ਵੰਡਿਆ ਗਿਆ, ਪਹਿਲਾਂ ਹਰਿਆਣੇ ਨੂੰ ਕੁਛ ਪਾਰਟ ਦਿੱਤਾ ਗਿਆ, ਫਿਰ ਹਿਮਾਚਲ ਪ੍ਰਦੇਸ਼ ਨੂੰ ਕੁਛ ਪਾਰਟ ਦਿੱਤਾ ਗਿਆ। ਤਾਂ ਇਸ ਤਰੀਕੇ ਨਾਲ ਜੋ ਹੈ ਪਾਰਲੀਮੈਂਟ ਜੋ ਹੈ ਸਟੇਟਸ ਦੀ ਬਾਊਂਡਰੀਜ਼ ਨੂੰ ਛੋਟੀਆਂ ਵੱਡੀਆਂ ਕਰ ਸਕਦੀ ਹੈ ਅਤੇ ਕਿਸੇ ਵੀ ਸਟੇਟ ਦਾ ਨਾਮ ਜਾਂ ਕਿਸੇ ਵੀ ਸ਼ਹਿਰ ਦਾ ਨਾਮ ਚੇਂਜ ਕਰ ਸਕਦੀ ਹੈ। ਨੈਕਸਟ ਆਪਣੇ ਕੋਲ ਆਉਂਦਾ ਪਾਰਟ 2। ਪਾਰਟ 2 ਦੇ ਵਿੱਚ ਆਪਣੇ ਕੋਲ ਹੈ ਸਿਟੀਜ਼ਨਸ਼ਿਪ। ਤਾਂ ਸਿਟੀਜ਼ਨਸ਼ਿਪ ਦੇ ਵਿੱਚ ਆਰਟੀਕਲ ਨੰਬਰ 5 ਤੋਂ ਲੈ ਕੇ ਆਰਟੀਕਲ ਨੰਬਰ 11 ਤੱਕ ਹੁੰਦੇ ਨੇ। ਆਪਾਂ ਕਰਾਂਗੇ ਸਾਰਿਆਂ ਤੋਂ ਮੋਸਟ ਇੰਪੋਰਟੈਂਟ ਆਰਟੀਕਲਸ, ਬਸ ਉਹੀ ਕਰਾਂਗੇ ਜਿਹੜੇ ਜ਼ਰੂਰੀ ਹੋਏ। ਤਾਂ ਆਰਟੀਕਲ ਨੰਬਰ 5 ਹੈ ਸਿਟੀਜ਼ਨਸ਼ਿਪ ਐਟ ਦੀ ਕਮੈਂਸਮੈਂਟ ਆਫ ਦੀ ਕੌਨਸਟੀਟਿਊਸ਼ਨ। ਮਤਲਬ ਕਿ ਜਦੋਂ ਸੰਵਿਧਾਨ ਲਾਗੂ ਹੋਇਆ ਸੀ 1950 ਦੇ ਵਿੱਚ, ਤਾਂ ਉਸ ਸਮੇਂ ਸੰਵਿਧਾਨ ਦੇ ਵਿੱਚ ਇਹ ਬੋਲਿਆ ਗਿਆ ਸੀਗਾ ਕਿ 1950 ਤੋਂ 5 ਸਾਲ ਪਹਿਲਾਂ ਤੋਂ ਜੋ ਵਿਅਕਤੀ ਇੰਡੀਆ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਦਿੱਤੀ ਜਾਏਗੀ, ਅਦਰਵਾਈਜ਼ ਉਹਨਾਂ ਨੂੰ ਇੰਡੀਆ ਦੀ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾਏਗੀ। ਉਸ ਤੋਂ ਬਾਅਦ ਆਰਟੀਕਲ ਨੰਬਰ 9 ਆਉਂਦਾ ਹੈ ਪਰਸਨਸ ਵੋਲੰਟਰੀ ਐਕਵਾਇਰਿੰਗ ਸਿਟੀਜ਼ਨਸ਼ਿਪ ਆਫ ਦੀ ਫੋਰਨ ਕੰਟਰੀਜ਼ ਨਾਟ ਬੀ ਇੰਡੀਅਨ ਸਿਟੀਜ਼ਨਸ। ਮਤਲਬ ਕਿ ਅਗਰ ਕੋਈ ਵੀ ਇੰਡੀਆ ਦਾ ਆਦਮੀ, ਇੰਡੀਆ ਦਾ ਬੰਦਾ ਬਾਹਰ ਜਾ ਕੇ ਕਿਸੇ ਹੋਰ ਦੇਸ਼ ਦੀ, ਕੈਨੇਡਾ ਦੀ, ਅਮਰੀਕਾ ਦੀ, ਆਸਟ੍ਰੇਲੀਆ ਦੀ, ਕਿਤੋਂ ਦੀ ਵੀ ਸਿਟੀਜ਼ਨਸ਼ਿਪ ਲੈ ਲੈਂਦਾ ਹੈ ਤਾਂ ਉਸ ਦੀ ਇੰਡੀਆ ਦੀ ਸਿਟੀਜ਼ਨਸ਼ਿਪ ਖਤਮ ਹੋ ਜਾਏਗੀ, ਕਿਉਂਕਿ ਇੰਡੀਆ ਦੇ ਵਿੱਚ ਸਿੰਗਲ ਸਿਟੀਜ਼ਨਸ਼ਿਪ ਹੈ। ਤਾਂ ਚੱਲਦੇ ਹਾਂ ਨੈਕਸਟ ਕੁਐਸਚਨ ਦੀ। ਨੈਕਸਟ ਆਰਟੀਕਲ ਹੈ ਆਪਣੇ ਕੋਲ ਆਰਟੀਕਲ ਨੰਬਰ 11। ਇਸ ਦੇ ਵਿੱਚ ਲਿਖਿਆ ਹੋਇਆ ਓਨਲੀ ਪਾਰਲੀਮੈਂਟ ਕੈਨ ਚੇਂਜਿੰਗ ਇਨ ਦੀ ਕੌਨਸਟੀਟਿਊਸ਼ਨ। ਮਤਲਬ ਕਿ ਅਗਰ ਕੋਈ ਵੀ ਕੌਨਸਟੀਟਿਊਸ਼ਨ ਦੇ ਵਿੱਚ, ਆਪਣੇ ਭਾਰਤ ਦੇ ਸੰਵਿਧਾਨ ਦੇ ਵਿੱਚ ਅਗਰ ਕੋਈ ਵੀ ਚੇਂਜਿੰਗ ਹੁੰਦੀ ਹੈ, ਕੁਛ ਵੀ ਐਡ ਕੀਤਾ ਜਾਂਦਾ, ਕੁਛ ਵੀ ਚੇਂਜ ਕੀਤਾ ਜਾਂਦਾ, ਠੀਕ ਹੈ, ਜਦੋਂ ਵੀ ਕੋਈ ਅਮੈਂਡਮੈਂਟ ਹੁੰਦੀ ਹੈ ਤਾਂ ਕੌਣ ਕਰ ਸਕਦਾ? ਉਹ ਸਿਰਫ ਪਾਰਲੀਮੈਂਟ ਹੀ ਕਰ ਸਕਦੀ ਹੈ। ਪਾਰਲੀਮੈਂਟ ਕਿਸ ਤੋਂ ਮਿਲ ਕੇ ਬਣਦੀ ਹੈ? ਪਾਰਲੀਮੈਂਟ ਦੇ ਵਿੱਚ ਲੋਕ ਸਭਾ, ਰਾਜ ਸਭਾ ਐਂਡ ਪ੍ਰੈਜ਼ੀਡੈਂਟ, ਇਹ ਤਿੰਨਾਂ ਨੂੰ ਮਿਲਾ ਕੇ ਜਦੋਂ ਬਣਦੀ ਹੈ ਨਾ ਉਦੋਂ ਪਾਰਲੀਮੈਂਟ ਬਣਦੀ ਹੈ। ਅਤੇ ਜਦੋਂ ਵੀ ਕੋਈ ਚੀਜ਼ ਚੇਂਜ ਕੀਤੀ ਜਾਂਦੀ ਹੈ ਜਾਂ ਕੁਛ ਕੌਨਸਟੀਟਿਊਸ਼ਨ ਦੇ ਵਿੱਚ ਐਡ ਕੀਤਾ ਜਾਂਦਾ ਤਾਂ ਇਕੱਲੀ ਲੋਕ ਸਭਾ ਨਹੀਂ ਕਰ ਸਕਦੀ, ਇਕੱਲੀ ਰਾਜ ਸਭਾ ਨਹੀਂ ਕਰ ਸਕਦੀ, ਇਕੱਲਾ ਪ੍ਰੈਜ਼ੀਡੈਂਟ ਨਹੀਂ ਕਰ ਸਕਦਾ। ਹਮੇਸ਼ਾ ਤਿੰਨਾਂ ਦੀ ਰਾਏ 'ਤੇ ਹੀ ਕੁਛ ਵੀ ਚੇਂਜਿੰਗ ਹੁੰਦੀ ਹੈ, ਕੋਈ ਵੀ ਐਡੀਸ਼ਨ ਹੁੰਦੀ ਹੈ। ਤਾਂ ਅੱਗੇ ਆਉਂਦਾ ਆਪਣੇ ਕੋਲ ਪਾਰਟ ਨੰਬਰ 3, ਜਿਸ ਦੇ ਵਿੱਚ ਆਪਣੇ ਕੋਲ ਨੇ ਫੰਡਾਮੈਂਟਲ ਰਾਈਟਸ। ਫੰਡਾਮੈਂਟਲ ਰਾਈਟਸ ਤੋਂ ਇਹਦੇ ਵਿੱਚ ਆਪਣਾ ਆਰਟੀਕਲ ਨੰਬਰ ਆਉਂਦਾ 13। ਆਰਟੀਕਲ ਨੰਬਰ 13 ਦੇ ਵਿੱਚ ਜੋ ਆਪਣੇ ਕੋਲ ਹੈ ਦੇਖਣ ਨੂੰ ਮਿਲਦਾ ਹੈ ਰੂਲ ਆਫ ਲਾਅ। ਰੂਲ ਆਫ ਲਾਅ, ਰੂਲ ਆਫ ਲਾਅ ਦਾ ਮਤਲਬ ਕੀ ਹੋ ਜਾਂਦਾ ਕਿ ਅਗਰ ਕੋਈ ਵੀ ਸਟੇਟ ਕੋਈ ਨਵਾਂ ਰੂਲ ਲਾਗੂ ਕਰਦੀ ਹੈ ਸਟੇਟ ਦੇ ਵਿੱਚ, ਕੋਈ ਵੀ ਸਟੇਟ ਜਿਹੜੀ ਹੈ ਜਾਂ ਉੱਥੋਂ ਦੀ ਜਿਹੜੀ ਆਪਣੇ ਕੋਲ ਸਰਕਾਰ ਹੈ ਸਟੇਟ ਦੀ, ਉਹ ਕੋਈ ਵੀ ਨਵਾਂ ਰੂਲ ਲਾਗੂ ਕਰਦੀ ਹੈ ਜੋ ਕਿ ਆਪਣੇ ਫੰਡਾਮੈਂਟਲ ਰਾਈਟਸ ਦੇ ਕੀ ਹੁੰਦੀ ਹੈ, ਅਗੇਂਸਟ ਹੁੰਦਾ ਹੈ, ਆਪਣੇ ਫੰਡਾਮੈਂਟਲ ਰਾਈਟਸ ਨੂੰ ਅਬੋਲਿਸ਼ ਕਰਦਾ ਹੋਵੇ, ਤਾਂ ਸੁਪਰੀਮ ਕੋਰਟ ਜਾਂ ਫਿਰ ਹਾਈ ਕੋਰਟ ਉਸ ਲਾਅ ਨੂੰ ਜਾਂ ਉਸ ਰੂਲ ਨੂੰ ਕੀ ਕਰ ਸਕਦੀ ਹੈ? ਹਟਾ ਸਕਦੀ ਹੈ, ਕੈਂਸਲ ਕਰ ਸਕਦੀ ਹੈ। ਨੈਕਸਟ ਆਰਟੀਕਲ ਹੈ ਆਪਣੇ ਕੋਲ ਆਰਟੀਕਲ ਨੰਬਰ 14 ਇਕੁਐਲਿਟੀ ਬਿਫੋਰ ਲਾਅ। ਇਕੁਐਲਿਟੀ ਬਿਫੋਰ ਲਾਅ, ਇਹਦੇ ਵਿੱਚ ਕੀ ਹੁੰਦਾ ਆਪਣੇ ਕੋਲ ਆਰਟੀਕਲ ਨੰਬਰ 14 ਦੇ ਵਿੱਚ ਲਿਖਿਆ ਇਕੁਐਲਿਟੀ ਬਿਫੋਰ ਲਾਅ, ਮਤਲਬ ਕਿ ਕਾਨੂੰਨ ਦੇ ਸਾਹਮਣੇ ਸਮਾਨਤਾ। ਕਾਨੂੰਨ ਦੇ ਸਾਹਮਣੇ ਹਰੇਕ ਨੂੰ ਬਰਾਬਰ ਦੀ ਸਮਾਨਤਾ ਮਿਲੇਗੀ, ਚਾਹੇ ਫਿਰ ਉਹ ਕਿਸੇ ਵੀ ਜੈਂਡਰ ਦਾ ਹੋਵੇ, ਚਾਹੇ ਫਿਰ ਵੀ ਕਿਸੇ ਉਹ ਕਾਸਟ ਨਾਲ ਰਿਲੇਟਡ ਕਰਦਾ ਹੋਵੇ, ਚਾਹੇ ਉਹ ਗਰੀਬ ਹੈ, ਅਮੀਰ ਹੈ, ਕੁਛ ਵੀ ਹੈ, ਬਟ ਕਾਨੂੰਨ ਦੇ ਸਾਹਮਣੇ ਹਰੇਕ ਨੂੰ ਸਮਾਨਤਾ ਮਿਲੇਗੀ।
उस तो बाद अपने को आंदा आर्टिकल नंबर 15(1) ਦੇ ਵਿੱਚ ਆਪਣੇ ਕੋਲ ਹੈਗੀ ਹੈ डिस्क्रिमिनेशन। डिस्क्रिमिनेशन मतलब कि भेदभाव, मतलब कि किसी नाल भी भेदभाव नहीं किया जाएगा, ये लिखा गया है आर्टिकल नंबर 15(1) के अंदर। मतलब कि कोई भी बंदा किसी भी कास्ट का हो, किसी भी रिलीजन का हो, कितने भी बर्थ होया हो, ठीक है, और किसी भी मतलब कि गोरा है, चिट्टा है, कुछ भी है, छोटा है, मोटा है, लम्मा है, किसी भी तरह का है, तो उसके कोई भी जोड़ा है भेदभाव नहीं किया जाएगा। फिर अपने को आंदा आर्टिकल नंबर 15(4), इस लिखी हुई हैं रिजर्वेशनस। रिजर्वेशनस जिमें कि SC हो गए, तो ST हो गए, ठीक है, SC ST, चिल्ड्रनस, वूमेंस, OBC एंड EWS नूं जो ने रिजर्वेशनस दित्तियां जांदियां ने हर एक पासे, या लाइक पोस्टेड हो गया या फिर किसी होर चीज़ के अगे आने के पिछे या जिमें भी है, तो उस तरीके नाल इन्हां नूं रिजर्वेशनस दित्तियां जांदियां ने हरेक सीट के अंदर। तो चलते हैं अगले क्वेश्चन की तरफ। कहते आर्टिकल नंबर 16। आर्टिकल नंबर 16 के अपने को लिखा हुआ है इक्वल अपॉर्चुनिटीज़ फॉर ऑल, मतलब कि हरेक नूं इंडिया दे विच रहण वाले हरेक बंदे नूं, हरेक औरत नूं इक्वल अपॉर्चुनिटीज़ दित्तियां जाणगियां। ये नहीं होएगा कि ये इस तरह का है या इस तरह का है, ये काला है, गोरा है, कुछ भी इनू नहीं रखा जाता, कुछ भी नहीं है। इसलिए ये की है इक्वल अपॉर्चुनिटीज़ फॉर ऑल, ये आर्टिकल नंबर 16 लिखा है, क्योंकि हरेक नूं बराबर की समानता दी जाएगी। उस तो बाद अपने को आ जाता है आर्टिकल नंबर 17। आर्टिकल नंबर 17 के लिखा हुआ अबॉलिशन ऑफ अनटचेबिलिटी। अबॉलिशन ऑफ अनटचेबिलिटी, मतलब कि अनटचेबिलिटी की उसी अबॉलिशन की गई थी। जिमें आप कह दें ना, देखी जा पर छेड़ी ना, ये वही चीज़ है कि देखी जा पर छेड़ी ना, तो अबॉलिशन ऑफ अनटचेबिलिटी। फिर आंदा अपने को आर्टिकल नंबर 18। आर्टिकल 18 के अंदर की किया गया अबॉलिशन ऑफ टाइटल्स। अबॉलिशन ऑफ टाइटल्स मतलब कि टाइटल्स की अबॉलिशन की गई थी। कि पहला हुंदा सीगा ना, संविधान तो पहला कोई भी अपने नाम के अगे चौधरी लगा लिया, कोई भी अपने नाम के अगे कुछ भी लगा लिया। बट की सीगा जदों इस चीज़ को अबॉलिश किया गया सीगा टाइटल्स नूं, तो उस समय क्या गया सी सिर्फ जो एजुकेशन नाल रिलेटेड ने या फिर डिफेंस नाल रिलेटेड ने, जिमें कि एजुकेशन लाइक जिमें किसी ने डॉक्टर की डिग्री की है तो अपने नाम के अगे डॉक्टर लगा सकता है, इंजीनियर की है तो इंजीनियर लगा सकता है। अदरवाइज जिमें डिफेंस के होंगे ने कोई लैफ्टिनेंट है तो उसके नाम अगे लैफ्टिनेंट लगेगा, और अगर कोई मेजर है तो मेजर लगेगा, जनरल है तो जनरल लगेगा। उस तरीके नाल अबॉलिशन ऑफ टाइटल्स हुई सी, मतलब कि बिना किसी डिग्री तो कोई भी अपने नाम के अगे कोई भी टाइटल्स नहीं लगा सकता। फिर अपने को आंदा आर्टिकल नंबर 19। आर्टिकल नंबर 19 की लिखा हुआ है स्पीच फ्रीली मूव असैम्बल पीसफुली प्रोफैशन एसोसीएशन और रीसाइड। ਇਹਦਾ ਕੀ मतलब होया, मतलब कि आर्टिकल नंबर 19 के ਆਪਾਂ ਨੂੰ ਇਹ 6 ਛੂਟਾਂ ਦਿੱਤੀਆਂ ਹੋਈਆਂ ਨੇ कि ਆਪਾਂ जो है ਕਿਸੇ भी मुद्दे ਤੇ बोल सकते हैं, ठीक है, फ्रीली इंडिया ਦੇ ਵਿੱਚ ਕਿਤੇ भी मूव कर सकते, ਆਪਾਂ ਨੂੰ कोई नहीं रोकेगा। असैम्बल पीसफुली मतलब कि आप किसी भी सिचुएशन या पीसफुली मतलब कि आप शांतमई तरीके दे नाल उसनूं सॉल्व कर सकते हैं। जिमें कि अगर धरना भी लगाने तो धरना लगाने की अपनी इंडिया के परमिशन है, बट किमें शांतमई तरीके दे नाल। प्रोफैशन अपने प्रोफैशन पर काम कर सकते हैं किते भी जाके इंडिया, ऐसा नहीं है कि पंजाब दे विच ही काम करना है, तो अपने प्रोफैशन के रिलेटेड जो भी तुसीं काम करते हो इंडिया दे विच जाके उस काम नूं किते भी कर सकते हो, तुहानूं कोई नहीं रोकेगा। फिर आ जाता अपने को एसोसीएशन। एसोसीएशन के विच की हुंदा है, एसोसीएशन मतलब कि कोई भी आपां NGOs वगैरह चलाने या कुछ भी चलाने, वो आर्टिकल नंबर 19 के आपां नूं कहा गया है कि तुहानूं इस चीज़ की परमिशन है, इस साइड वगैरह इंडिया के जाके किते भी घूम फिर सकते हैं। नैक्सट अपने को हुंदा आर्टिकल नंबर 21। आर्टिकल नंबर 21 के आपां नूं दिता होया जीण का अधिकार, जिउण का अधिकार, कि आपां अपने तरीके नाल जी सकते हैं। मतलब कि राइट टू लिबर्टी, ईट, प्राइवेसी, स्लीप, यूज़ इंटरनेट, ठीक है, अपनी मर्जी नाल खा सकते हो, अपनी मर्जी नाल पी सकते हो, अपनी मर्जी नाल सौ सकते हो, अपनी मर्जी नाल इंटरनेट चलाओ, सुबह चलाओ, शाम को चलाओ, ना चलाओ, ठीक है, अपनी प्राइवेसी नूं अपने अकॉर्डिंग रखना, ठीक है। तो वो सब की है आर्टिकल नंबर 21 के लिखा हुआ है। दैन अपने को आंदा आर्टिकल नंबर 21A। आर्टिकल नंबर 21A दे विच की लिखा हुआ राइट टू एजुकेशन। ये किया गया सी 86th अमेंडमेंट के अंदर ऐड किया गया सी इस 21A नूं, राइट टू एजुकेशन। जड़ियाँ अमेंडमेंट्स ने ना, अमेंडमेंट्स हुण तक अपने संविधान दे विच, भारत के संविधान दे विच 105 अमेंडमेंट्स हो चुकी ने टोटल। इन्हां अमेंडमेंट्स से मैं एक अलग तो वीडियो लैके आएगा ताकि तुहानूं एकदम क्लीयर हो सके कि किहड़ी अमेंडमेंट किस नाल रिलेटेड सी ते कदों होई सी। उन्हां ते एक सैपरेट वीडियो बनावांगा, तो जल्दी ही बनेगी।
ਜ਼ਰੂਰ ਦੱਸਾਂਗਾ। ਤਾਂ ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਆਰਟੀਕਲ ਨੰਬਰ 23। ਆਰਟੀਕਲ ਨੰਬਰ 23 ਦੇ ਵਿੱਚ ਕੀ ਆ, ਫੋਰਸਡ ਲੇਬਰ। ਫੋਰਸਡ ਲੇਬਰ ਮਤਲਬ ਕਿ ਆਪਾਂ ਕਿਸੇ ਤੋਂ ਵੀ ਜ਼ਬਰਦਸਤੀ ਕੰਮ ਨਹੀਂ ਕਰਵਾ ਸਕਦੇ। ਜ਼ਬਰਦਸਤੀ ਲਾਈਕ ਅਗਰ ਕੋਈ ਕਹਿੰਦਾ ਨਾ ਕਿ ਬਾਹਰ ਦੀ ਕਿਸੇ ਹੋਰ ਸਟੇਟ ਦਾ ਬੰਦਾ ਆ ਕੇ ਇੱਥੇ ਰਹਿ ਰਿਹਾ ਤਾਂ ਉਹ ਵਿਚਾਰਾ ਕਿਸੇ ਨੇ ਰੱਖ ਲਿਆ, ਠੀਕ ਹੈ, ਕੰਮ 'ਤੇ, ਔਰ ਉਸ ਤੋਂ ਜ਼ਬਰਦਸਤੀ ਕੰਮ ਕਰਵਾਇਆ ਜਾ ਰਿਹਾ, ਉਹ ਨਹੀਂ ਵੀ ਕਰਨਾ ਚਾਹ ਰਿਹਾ, ਬਸ ਉਹਨੂੰ ਧਮਕਾ ਕੇ ਜਾਂ ਕਿਵੇਂ ਵੀ ਕਰਕੇ ਉਸ ਤੋਂ ਕੰਮ ਕਰਵਾਇਆ ਜਾ ਰਿਹਾ, ਤਾਂ ਉਹ ਜਿਹੜਾ ਆਰਟੀਕਲ ਨੰਬਰ 23 ਦੇ ਅੰਦਰ ਲਿਖਿਆ ਗਿਆ ਕਿ ਆਪਾਂ ਕਿਸੇ ਤੋਂ ਵੀ ਫੋਰਸਫੁਲੀ ਕੰਮ ਨਹੀਂ ਕਰਵਾ ਸਕਦੇ ਅਗਰ ਉਹ ਕੰਮ ਨਹੀਂ ਕਰਨਾ ਚਾਹੁੰਦਾ। ਫਿਰ ਆਉਂਦਾ ਆਰਟੀਕਲ ਨੰਬਰ 24। ਆਰਟੀਕਲ ਨੰਬਰ 24 ਦੇ ਵਿੱਚ ਆਪਣੇ ਕੋਲ ਹੈ ਚਿਲਡ ਲੇਬਰ, ਕਿ ਅਗਰ ਕੋਈ ਵੀ ਬੱਚਾ 14 ਸਾਲ ਤੋਂ ਘੱਟ ਉਮਰ ਦਾ ਹੈ ਤਾਂ ਆਪਾਂ ਉਸ ਤੋਂ ਕੰਮ ਨਹੀਂ ਕਰਵਾ ਸਕਦੇ ਬਾਹਰ ਕਿਤੇ। ਜਿਵੇਂ ਕਈ ਵਾਰ ਹੁੰਦਾ ਆਪਾਂ ਬਾਹਰ ਦੇਖਦੇ ਹਾਂ ਸ਼ਹਿਰ ਦੇ ਵਿੱਚ ਰੇਹੜੀਆਂ ਦੇ ਵਿੱਚ ਛੋਟੇ ਛੋਟੇ ਬੱਚੇ ਲੱਗੇ ਹੁੰਦੇ ਆ ਉਹਨਾਂ ਦੇ ਕੋਲ, ਤਾਂ ਉਹ ਚੀਜ਼ ਜਿਹੜਾ ਹੈ ਗਲਤ ਹੈ। ਨੈਕਸਟ ਆਰਟੀਕਲ ਆਉਂਦੇ ਆਪਣੇ ਕੋਲ 25 ਤੋਂ ਲੈ ਕੇ 28 ਤੱਕ। 25 ਤੋਂ ਲੈ ਕੇ 28 ਤੱਕ ਆਪਣੇ ਕੋਲ ਆਰਟੀਕਲਸ ਦੇ ਵਿੱਚ ਕੀ ਹੈ, ਇਹਦੇ ਵਿੱਚ ਹੈ ਰਾਈਟ ਟੂ ਫਰੀਡਮ ਆਫ ਰਿਲੀਜਨ, ਮਤਲਬ ਕਿ ਆਪਣੇ ਆਪਣੇ ਧਰਮਾਂ ਨੂੰ ਮੰਨਣ ਦੀ ਆਜ਼ਾਦੀ। 25 ਤੋਂ 28 ਨੰਬਰ ਆਰਟੀਕਲਸ ਦੇ ਵਿੱਚ। ਫਿਰ ਆਉਂਦਾ ਆਪਣੇ ਕੋਲ ਆਰਟੀਕਲ ਨੰਬਰ 31, 31 ਨੰਬਰ ਆਰਟੀਕਲ ਰਾਈਟ ਟੂ ਪ੍ਰੋਪਰਟੀ, ਜਿਹਨੂੰ ਕਿ ਰਿਪਲੇਸ ਕਰ ਦਿੱਤਾ ਗਿਆ ਸੀਗਾ 44ਵੇਂ ਅਮੈਂਡਮੈਂਟ ਦੇ ਅੰਦਰ 1978 ਦੇ ਵਿੱਚ। ਇਸ ਨੂੰ ਰਿਪਲੇਸ ਕਰਕੇ 300A ਆਰਟੀਕਲ ਦੇ ਅੰਦਰ ਲੀਗਲ ਰਾਈਟ ਬਣਾ ਦਿੱਤਾ ਗਿਆ ਸੀ, ਕਿਉਂਕਿ ਜਦੋਂ ਤੱਕ ਇਹ ਰਾਈਟ ਟੂ ਪ੍ਰੋਪਰਟੀ ਸੀ ਤਾਂ ਉਦੋਂ ਤੱਕ ਲੋਕ ਕੀ ਹੁੰਦੇ ਸੀ, ਅਗਰ ਸਰਕਾਰ ਨੇ ਕਿਤੋਂ ਵੀ ਕੋਈ ਲਾਈਨ ਟਪਾਉਣੀ ਹੈ, ਰੇਲਵੇ ਲਾਈਨ ਟਪਾਉਣੀ ਹੈ ਜਾਂ ਸੜਕ ਟਪਾਉਣੀ ਹੈ, ਤਾਂ ਕੀ ਹੁੰਦਾ ਸੀ, ਲੋਕ ਉਸ ਮਤਲਬ ਕਿ ਸਰਕਾਰ ਨੂੰ ਜਗ੍ਹਾ ਨਹੀਂ ਦਿੰਦੇ ਸੀ, ਠੀਕ ਹੈ, ਟਪਾਉਣ ਨਹੀਂ ਦਿੰਦੇ ਸੀ ਕਿ ਅਸੀਂ ਨਹੀਂ ਦੇਵਾਂਗੇ, ਠੀਕ ਹੈ। ਤਾਂ ਉਸ ਤੋਂ ਬਾਅਦ ਸਰਕਾਰ ਨੇ ਕੀ ਕੀਤਾ, ਜਦੋਂ ਅਮੈਂਡਮੈਂਟ ਕੀਤੀ ਗਈ ਤਾਂ ਇਸ ਨੂੰ ख़त्म ਕਰ ਦਿੱਤਾ 31 ਨੰਬਰ ਆਰਟੀਕਲ ਨੂੰ, ਔਰ ਉਸ ਦੀ ਜਗ੍ਹਾ 'ਤੇ ਉਸ ਨੂੰ 300A ਦੇ ਅੰਦਰ ਐਡ ਕਰ ਦਿੱਤਾ ਗਿਆ ਲੀਗਲ ਰਾਈਟ ਬਣਾ ਕੇ। ਮਤਲਬ ਕਿ ਜਦੋਂ ਵੀ ਸਰਕਾਰ ਅਗਰ ਚਾਹੇ ਕਿਤੇ ਵੀ ਸੜਕ ਕੱਢਣੀ ਹੈ ਜਾਂ ਕੁਛ ਵੀ, ਤਾਂ ਉਹ ਉਸ ਜਗ੍ਹਾ ਨੂੰ ਕੀ ਕਰ ਸਕਦੀ ਹੈ, ਖਰੀਦ ਸਕਦੀ ਹੈ। ਅਗਰ ਕੋਈ ਨਹੀਂ ਖਰੀਦਣਾ ਚਾਹੁੰਦਾ ਤਾਂ ਉਹ ਜ਼ਬਰਦਸਤੀ ਵੀ ਆਪਣੇ ਕਬਜ਼ੇ ਵਿੱਚ ਕਰ ਸਕਦੀ ਹੈ, ਅਦਰਵਾਈਜ਼ ਉਹ ਉਸ ਜਗ੍ਹਾ ਦੇ ਪੈਸੇ ਤਾਂ ਦੇ ਹੀ ਰਹੇ ਨੇ, ਠੀਕ ਹੈ। ਆਰਟੀਕਲ ਨੰਬਰ ਫਿਰ ਆਉਂਦਾ ਆਪਣੇ ਕੋਲ 32, ਔਰ ਆर्टिकल नंबर 32 जो है राइट टू कॉन्स्टिट्यूशनल ਰੈਮੀਡੀਜ਼, ਰਾਈਟ ਟੂ ਕੌਨਸਟੀਟਿਊਸ਼ਨਲ ਰੈਮੀਡੀਜ਼। ਤਾਂ ਇਹ ਕੀ ਹੈ ਜੀ, ਇਸ ਨੂੰ ਹਾਰਟ ਐਂਡ ਸੋਲ ਆਫ ਇੰਡੀਅਨ ਕੌਨਸਟੀਟਿਊਸ਼ਨ ਵੀ ਕਿਹਾ ਜਾਂਦਾ। ਆਰਟੀਕਲ ਨੰਬਰ 32 ਨੂੰ ਹਾਰਟ ਐਂਡ ਸੋਲ ਆਫ ਕੌਨਸਟੀਟਿਊਸ਼ਨ ਵੀ ਕਿਹਾ ਜਾਂਦਾ, ਮਤਲਬ ਕਿ ਸਭ ਕੁਛ ਸੰਵਿਧਾਨ ਦਾ ਦਿਲ ਤੇ ਦਿਮਾਗ ਕਹਿ ਸਕਦੇ ਹਾਂ, ਕਿ ਜੋ ਸਭ ਕੁਛ ਹੈ ਉਹ ਆਰਟੀਕਲ ਨੰਬਰ 32 ਹੈ। ਔਰ ਇਸ ਨੂੰ ਹਾਰਟ ਐਂਡ ਸੋਲ ਕਿਹਾ ਕਿਸਨੇ ਸੀਗਾ, ਇਸ ਨੂੰ ਹਾਰਟ ਐਂਡ ਸੋਲ ਕਿਹਾ ਸੀਗਾ BR ਅੰਬੇਦਕਰ ਜੀ ਨੇ, BR ਅੰਬੇਦਕਰ ਜੀ ਨੇ। ਚੱਲਦੇ ਹਾਂ ਨੈਕਸਟ ਕੁਐਸਚਨ ਦੀ ਤਰਫ। ਫਿਰ ਆਉਂਦਾ ਆਪਣੇ ਕੋਲੇ ਪਾਰਟ ਨੰਬਰ 4। ਪਾਰਟ ਨੰਬਰ 4 ਦੇ ਵਿੱਚ ਕੀ ਲਿਖਿਆ ਹੋਇਆ ਆਪਣੇ ਕੋਲੇ, DPSP। DPSP ਕੀ ਹੁੰਦਾ ਆਪਣੇ ਕੋਲ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ। ਇਹ ਆਪਣੇ ਕੋਲੇ ਪਾਰਟ ਨੰਬਰ 4 ਦੇ ਵਿੱਚ ਹੈ, ਜਿਹਦਾ ਆਪਣਾ ਪਹਿਲਾ ਆਰਟੀਕਲ ਦੇਖਾਂਗੇ ਆਪਾਂ ਕੀ ਹੈ, 39 ਨੰਬਰ ਆਰਟੀਕਲ। 39 ਨੰਬਰ ਆਰਟੀਕਲ ਦੇ ਵਿੱਚ ਲਿਖਿਆ ਹੋਇਆ ਹੈ 39A। 39A ਦੇ ਵਿੱਚ ਲਿਖਿਆ ਹੋਇਆ ਹੈ ਇਕੁਅਲ ਜਸਟਿਸ ਐਂਡ ਫ੍ਰੀ ਲੀਗਲ ਏਡ, ਫ੍ਰੀ ਲੀਗਲ ਏਡ। ਤਾਂ ਸਭ ਦੇ ਕੀ ਹੈ, ਜੋ ਵੀ ਹੈ ਬਰਾਬਰ ਦੀ ਜਸਟਿਸ, ਬਰਾਬਰ ਦਾ ਨਿਆਂ ਮਿਲੂਗਾ ਸਭ ਨੂੰ, ਠੀਕ ਹੈ। ਫ੍ਰੀ ਲੀਗਲ ਐਂਡ ਇਕੁਅਲ ਜਸਟਿਸ, ਸਭ ਨੂੰ ਬਰਾਬਰ ਦਾ ਨਿਆਂ ਮਿਲੇਗਾ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਆਰਟੀਕਲ ਨੰਬਰ 39D। 39D ਦੇ ਅੰਦਰ ਆਪਣੇ ਕੋਲ ਲਿਖਿਆ ਹੋਇਆ ਇਕੁਅਲ ਵਰਕ ਐਂਡ ਇਕੁਅਲ ਪੇ ਫॉर ਮੈਨ ਐਂਡ ਵੂਮਨ। ਅਗਰ ਆਦਮੀ ਅਤੇ ਔਰਤ ਇਕੁਅਲ ਕੰਮ ਇੱਕੋ ਸਮੇਂ ਤੋਂ ਲੈ ਕੇ ਇੱਕੋ ਸਮੇਂ ਤੱਕ ਕਰ ਰਹੇ ਨੇ, ਓਨਾ ਹੀ ਕੰਮ ਉੱਧਰ ਚੱਲ ਰਿਹਾ, ਓਨਾ ਹੀ ਕੰਮ ਉੱਧਰ ਚੱਲ ਰਿਹਾ, ਤਾਂ ਉਹਨਾਂ ਨੂੰ ਪੇ ਵੀ ਇਕੁਅਲ ਹੀ ਦਿੱਤੀ ਜਾਏਗੀ। ਇਹ ਨਹੀਂ ਕਿਹਾ ਜਾਵੇਗਾ ਕਿ ਇਹਨਾਂ ਨੂੰ ਘੱਟ ਦਿੱਤੀ ਜਾਂਦੀ ਹੈ, ਇਹਨਾਂ ਨੂੰ ਜ਼ਿਆਦਾ ਦਿੱਤੀ ਜਾਂਦੀ ਹੈ। ਤਾਂ ਇਕੁਅਲ ਵਰਕ ਐਂਡ ਇਕੁਅਲ ਪੇ। ਉਸ ਤੋਂ ਬਾਅਦ ਆਉਂਦਾ ਆਪਣੇ ਕੋਲ ਆਰਟੀਕਲ ਨੰਬਰ 40। ਆਰਟੀਕਲ ਨੰਬਰ 40 ਤਾਂ ਇਹਦੇ ਵਿੱਚ ਕੀ ਲਿਖਿਆ ਹੋਇਆ ਆਪਣੇ ਕੋਲ, ਟੂ ਔਰਗੇਨਾਈਜ਼ ਵਿਲੇਜ ਪੰਚਾਇਤ, ਮਤਲਬ ਕਿ ਜਿਹੜੀਆਂ ਵੀ ਪਿੰਡਾਂ ਦੀਆਂ ਪੰਚਾਇਤਾਂ ਨੇ ਉਹ ਕਿਹਦੇ ਅੰਦਰ ਆਉਂਦੀਆਂ ਨੇ, ਉਹ ਆਪਣੇ ਕੋਲ ਆਰਟੀਕਲ ਨੰਬਰ 40 ਦੇ ਅੰਦਰ ਆਉਂਦੀਆਂ ਨੇ। ਨੈਕਸਟ ਆਪਣੇ ਕੋਲ ਆਉਂਦਾ ਆਰਟੀਕਲ ਨੰਬਰ 41 ਰਾਈਟ ਟੂ ਵਰਕ, ਕਿ ਕੰਮ ਕਰਨ ਦਾ ਅਧਿਕਾਰ। ਕੰਮ ਕਰਨ ਦਾ ਅਧਿਕਾਰ ਜੋ ਹੈ ਆਪਾਂ ਨੂੰ ਆਰਟੀਕਲ ਨੰਬਰ 41 ਦੇ ਵਿੱਚ ਦਿੱਤਾ ਗਿਆ ਹੈ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਆਰਟੀਕਲ ਨੰਬਰ 43 ਨੰਬਰ ਆਰਟੀਕਲ ਦੇ ਵਿੱਚ ਆਪਣੇ ਕੋਲ ਕੀ ਲਿਖਿਆ ਹੋਇਆ ਹੈ, ਲਿਵਿੰਗ ਵੇਜਸ ਫੋਰ ਵਰਕਰਸ, ਮਤਲਬ ਕਿ ਜੌਨ ਜੋਗੀ ਦਿਹਾੜੀ, ਦਿਹਾੜੀ ਨਾਲ ਰਿਲੇਟਡ ਹੈ, ਮਜ਼ਦੂਰਾਂ ਦੀ ਦਿਹਾੜੀ ਨਾਲ ਰਿਲੇਟਡ ਹੈ ਆਰਟੀਕਲ ਨੰਬਰ 43। ਨੈਕਸਟ ਚੱਲਦੇ ਹਾਂ ਆਰਟੀਕਲ ਨੰਬਰ 44। ਹੁਣ ਤੁਸੀਂ ਇਹ ਦੇਖ ਸਕਦੇ ਹੋ ਕਿ 4 ਔਰ 4 ਤਾਂ ਕਿਹਦੇ ਨਾਲ ਰਿਲੇਟਡ ਹੈ, ਯੂਨੀਫਾਰਮ ਸਿਵਲ ਕੋਡ ਨਾਲ। ਮਤਲਬ ਕਿ ਯੂਨੀਫਾਰਮ ਸਿਵਲ ਕੋਡ ਨਾਲ, ਮਤਲਬ ਕਿ ਅਗਰ ਸਿਵਲ ਕੋਡ ਕੋਈ ਰੱਖਿਆ ਹੋਇਆ ਯੂਨੀਫਾਰਮ, ਤਾਂ ਹਰੇਕ ਦੇ ਉਹੀ ਜੋ ਹੈ ਸਿਵਲ ਕੋਡ ਜੋ ਹੈ
ਪਾਇਆ ਹੋਏਗਾ, ਮਤਲਬ ਕਿ ਅਗਰ ਵਾਈਟ ਸ਼ਰਟ ਬਲੈਕ ਪੈਂਟ ਹੈ ਤਾਂ ਸਭ ਦੇ ਉਹੀ ਪਾਇਆ ਗਿਆ। ਜਿਵੇਂ ਆਪਣੇ ਸਕੂਲਸ ਦੇ ਵਿੱਚ ਯੂਨੀਫਾਰਮਸ ਰੱਖੀਆਂ ਜਾਂਦੀਆਂ ਨੇ ਤਾਂ ਸਭ ਦੀ ਸੇਮ ਹੁੰਦੀ ਹੈ, ਤਾਂ ਉਸੇ ਤਰੀਕੇ ਨਾਲ ਆਰਟੀਕਲ ਨੰਬਰ 24 ਦੇ ਵਿੱਚ ਲਿਖਿਆ ਹੈ ਅਗਰ ਕੋਈ ਵੀ ਐਸਾ ਕੰਮ ਹੈ ਐਜੂਕੇਸ਼ਨ ਨਾਲ ਰਿਲੇਟਡ ਹੈ, ਡਿਫੈਂਸ ਨਾਲ ਰਿਲੇਟਡ ਹੈ, ਕੁਛ ਵੀ ਹੈ ਤਾਂ ਉਹ ਯੂਨੀਫਾਰਮ ਸਿਵਲ ਕੋਡ ਦੇ ਅੰਦਰ ਆਉਂਦਾ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਆਰਟੀਕਲ ਨੰਬਰ 47, 47 ਨੰਬਰ ਆਰਟੀਕਲ, ਡਿਊਟੀ ਆਫ ਸਟੇਟ ਟੂ ਇੰਪਰੂਵ ਦੀ ਹੈਲਥ ਆਫ ਸਿਟੀਜ਼ਨਸ, ਮਤਲਬ ਕਿ ਇਹ ਸਟੇਟ ਦੀ ਡਿਊਟੀ ਹੁੰਦੀ ਹੈ ਕਿ ਆਪਣੇ ਸਟੇਟ ਦੇ ਸਿਟੀਜ਼ਨਸ ਨੂੰ, ਆਪਣੇ ਸਟੇਟ ਦੇ ਵਿੱਚ ਰਹਿਣ ਵਾਲਿਆਂ ਦੀ ਹੈਲਥ ਦਾ ਧਿਆਨ ਰੱਖਣਾ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈ ਆਰਟੀਕਲ ਨੰਬਰ 48, 48। तो आर्टिकल नंबर 48 जो है वो अपना एग्रीकल्चर एंड एनिमल हसबेंड्रीज नाल रिलेटेड है, एग्रीकल्चर एंड एनिमल हसबेंड्रीज नाल रिलेटेड है। उस तो बाद अपने को आंदा आर्टिकल नंबर 51, आर्टिकल नंबर 51 ਦੇ ਵਿੱਚ ਕੀ ਲਿਖਿਆ ਹੋਇਆ, प्रमोशन ऑफ इंटरनेशनल पीस एंड सिक्योरिटी, प्रमोशन ऑफ इंटरनेशनल पीस एंड सिक्योरिटी, मतलब कि आर्टिकल नंबर 51 ਦੇ ਆਪਣੇ ਕੋਲ ਲਿਖਿਆ ਹੋਇਆ ਦੂਜਾ पीस एंड सिक्योरिटी, मतलब कि शांति एंड सुरक्षा। चलते हैं नैक्सट क्वेश्चन दी ओर। अगों अपने को आंदा पार्ट नंबर 4A, पार्ट नंबर 4A, पार्ट नंबर 4A जो सी ये किया गया सी अपने को 42 42वीं अमेंडमेंट के अंदर ऐड किया गया सी। ते इहदे विच किहड़ा आर्टिकल आउंदा है, इहदे विच आर्टिकल नंबर एक कोल आउंदा है 51A, जिहदे विच लिखिया हुई ने फंडामेंटल ड्यूटीज़। और ये फंडामेंटल ड्यूटीज़ जो सीगियां संविधान के अंदर ऐड की गई सी 42वीं अमेंडमेंट के अंदर। और इस फंडामेंटल ड्यूटीज़ नूं जो सी अपना ऐड करने के लिए क्या किसने सीगा सलाह किसने दी सी, तो ये किया गया सी स्वर्ण सिंह कमेटी के द्वारा, ठीक है। और इसे नूं आपां आर्टिकल नंबर 51 नूं फंडामेंटल ड्यूटीज़ नूं अपना मिनी कॉन्स्टिट्यूशन इंडिया भी कहने हैं। फिर आंदा अपने को पार्ट नंबर 5, पार्ट नंबर 5 ਦੇ ਵਿੱਚ ਕੀ ਹੈ आर्टिकल नंबर 52, आर्टिकल नंबर 52 की कहता है द प्रेजिडेंट ऑफ इंडिया, द प्रेजिडेंट ऑफ इंडिया कि भारत का एक राष्ट्रपति होगा। उस तो बाद आता अपने को आर्टिकल नंबर 53, आर्टिकल नंबर 53 की पावर ऑफ प्रेजिडेंट, मतलब कि प्रेजिडेंट के कोल की पावर्स ने। तो प्रेजिडेंट एक एग्जीक्यूटिव हैड होंदा है जिहड़ा कोल की बहुत सारे मतलब कि मंत्रियों नूं, ठीक है, नूं दूजा हुंदा लागू करना या कह दिंदे आपां अपॉइंट करन दी इहदे कोले शक्ति हुंदी है, पावर हुंदी है। मतलब कि जिवें सुप्रीम कोर्ट के जजिस नूं भी प्रेजिडेंट अपॉइंट करदा है, प्राइम मिनिस्टर नूं भी करदा है, गवर्नर नूं भी करदा है, ठीक है। तो हरेक जो हुंदा है मंत्री भी हुंदा है इस तरीके नाल, तो उन्हां नूं प्रेजिडेंट ही अपॉइंट करदा है। इसलिए इस प्रेजिडेंट नूं एग्जीक्यूटिव हैड कहा जाता है क्योंकि इसके कोले एग्जीक्यूशन पावर्स होंदियां ने। फिर आंदा अपने कोले आर्टिकल नंबर 54, आर्टिकल नंबर 54 के अंदर आंदा इलैक्शन ऑफ प्रेजिडेंट। तो इलैक्शन ऑफ प्रेजिडेंट के इलैक्शन किस तरीके नाल होणगे, ठीक है, या कौन उन्हां दे विच वोट पाएगा, तो वो अपने को लिखा होया आर्टिकल नंबर 54 के अंदर। फिर आंदा अपने को आर्टिकल नंबर 56, 56 नंबर आर्टिकल के लिखा होया अपने को प्रेजिडेंट टेन्योर, मतलब कि जो प्रेजिडेंट रहेगा उसका कार्यकाल कितना रहेगा। प्रेजिडेंट का कार्यकाल होंदा है 5 साल का। नैक्सट चलते हैं आर्टिकल नंबर 60 नंबर आर्टिकल के की है ओथ, ओथ मतलब कि जो प्रेजिडेंट है उसनूं सौं कौन चुकाउंदा है, तो उसनूं सौं चुकाउंदा है CJI चीफ जस्टिस ऑफ इंडिया, भारत के सुप्रीम कोर्ट का मुख जज जो कि है प्रेजिडेंट नूं सौं चुकाउंदा है। तो उस तरीके नाल ही जदों एक CJI बनता है नवां, तो उसनूं कौन सौं चुकाउंदा है, उसनूं प्रेजिडेंट सौं चुकाउंदा है। ये दोनों ही एक दूसरे नूं सौं चुकाउंदे हन। फिर आंदा अपने को आर्टिकल नंबर 61, आर्टिकल नंबर 61 दे विच अपने को हैगी है इंपीचमेंट ऑफ द प्रेजिडेंट, इंपीचमेंट ऑफ द प्रेजिडेंट कि अगर लोक सभा या फिर राज्य सभा के अंदरों कोई भी इंपीचमेंट का मतलब होंदा कोई महादोष लगाना, तो प्रेजिडेंट के अगर कोई भी दोष लगता है कुछ भी होंदा है तो जी लोक सभा होंदी है या राज्य सभा होंदी है उन्होंने वालों एक बिल पेश किया जाता या फिर उन्होंने वालों एक नोटिफिकेशन भेजी जाती है जी कि राष्ट्रपति को भेजी जाती है 14 दिन के लिए। अगर प्रेजिडेंट अपनी कोई भी सफाई वजों कुछ कहना चाहता है तो उस 14 दिनों के अंदर कह सकता है, अदरवाइज 15वें दिन लोक सभा राज्य सभा के दोनों मैंबर मिल के, ठीक है, वोटिंग करते हैं। और जो सब तो ज़्यादा वोटिंग जो होंगी है 2/3 के हिस्से के, तो जो वोटिंग होंदी है
ਤਾਂ ਉਸ ਸਮੇਂ ਕੀ ਹੁੰਦਾ ਜੀ, ਪ੍ਰੈਜ਼ੀਡੈਂਟ ਨੂੰ ਉਸਦੇ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ। ਫਿਰ ਆਉਂਦਾ ਆਪਣੇ ਕੋਲ ਆਰਟੀਕਲ ਨੰਬਰ 63 ਮਤਲਬ ਕਿ 63। ਇਹਦੇ ਵਿੱਚ ਆਪਣੇ ਕੋਲ ਕੀ ਹੈਗਾ ਹੈ, ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਮਤਲਬ ਕਿ ਭਾਰਤ ਦਾ ਇੱਕ ਵਾਈਸ ਪ੍ਰੈਜ਼ੀਡੈਂਟ ਵੀ ਹੋਏਗਾ, ਉਪ ਰਾਸ਼ਟਰਪਤੀ ਵੀ ਹੋਏਗਾ। ਫਿਰ ਆਉਂਦਾ ਆਪਣੇ ਕੋਲ ਆਰਟੀਕਲ ਨੰਬਰ 66 ਇਲੈਕਸ਼ਨ ਆਫ ਵਾਈਸ ਪ੍ਰੈਜ਼ੀਡੈਂਟ। ਇਸ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨਸ ਲਿਖੇ ਹੋਏ ਨੇ। ਨੈਕਸਟ ਆਰਟੀਕਲ ਨੰਬਰ 76 ਜੋ ਹੈ ਆਪਣੇ ਕੋਲ 76 ਦੇ ਵਿੱਚ ਆਪਣੇ ਕੋਲ ਹੈ ਅਟਾਰਨੀ ਜਨਰਲ ਆਫ ਇੰਡੀਆ, ਭਾਰਤ ਦਾ ਮੁੱਖ ਲਾਅ ਆਫਿਸਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਅਟਾਰਨੀ ਜਨਰਲ ਆਫ ਇੰਡੀਆ। ਅਟਾਰਨੀ ਜਨਰਲ ਆਫ ਇੰਡੀਆ ਮਤਲਬ ਕਿ ਇੰਡੀਆ ਦਾ ਲਾਅ ਆਫਿਸਰ। ਅਤੇ ਇੱਕ ਐਡਵੋਕੇਟ ਜਨਰਲ ਹੁੰਦਾ। ਐਡਵੋਕੇਟ ਜਨਰਲ ਕੌਣ ਹੁੰਦਾ, ਉਹ ਇੱਕ ਸਟੇਟ ਦਾ ਜਿਹੜਾ ਹੁੰਦਾ ਲਾਅ ਆਫਿਸਰ ਹੁੰਦਾ। ਨੈਕਸਟ ਚੱਲਦੇ ਹਾਂ ਆਰਟੀਕਲ ਨੰਬਰ 79। ਆਰਟੀਕਲ ਨੰਬਰ 79 ਦੇ ਵਿੱਚ ਆਪਣੇ ਕੋਲ ਹੈਗੀ ਆ ਪਾਰਲੀਮੈਂਟ। ਆਰਟੀਕਲ ਨੰਬਰ 79 ਦੇ ਵਿੱਚ ਆਪਣੇ ਕੋਲ ਹੈਗੀ ਆ ਪਾਰਲੀਮੈਂਟ। ਉਸ ਤੋਂ ਬਾਅਦ ਆਉਂਦਾ ਆਰਟੀਕਲ ਨੰਬਰ 80 ਨੰਬਰ ਆਰਟੀਕਲ ਦੇ ਵਿੱਚ ਆਪਣੇ ਕੋਲ ਹੈਗੀ ਆ ਕੰਪੋਜੀਸ਼ਨ ਆਫ ਰਾਜ ਸਭਾ, ਮਤਲਬ ਕਿ 80 ਨੰਬਰ ਆਰਟੀਕਲ ਦੇ ਵਿੱਚ ਆਪਣੇ ਕੋਲ ਕੀ ਹੈ, ਰਾਜ ਸਭਾ ਹੈਗੀ ਹੈ। ਉਸ ਤੋਂ ਬਾਅਦ 81 ਨੰਬਰ ਆਰਟੀਕਲ ਦੇ ਵਿੱਚ ਆਪਣੇ ਕੋਲ ਕੀ ਹੈਗੀ ਹੈ, ਲੋਕ ਸਭਾ ਹੈਗੀ ਹੈ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਆਰਟੀਕਲ ਨੰਬਰ 93। ਇਹਦੇ ਵਿੱਚ ਹੈ ਦੀ ਸਪੀਕਰਸ ਐਂਡ ਡਿਪਟੀ ਸਪੀਕਰ। ਤਾਂ ਜਿਹੜੇ ਵੀ ਲੋਕ ਸਭਾ ਦੇ ਜਾਂ ਫਿਰ ਹੋਰ ਕਿਸੇ ਸਭਾ ਦੇ ਸਪੀਕਰਸ ਹੁੰਦੇ ਨੇ ਜਾਂ ਡਿਪਟੀ ਸਪੀਕਰਸ ਹੁੰਦੇ ਨੇ, ਉਹ ਕਿਹਦੇ ਅੰਦਰ ਆਉਂਦੇ ਨੇ, ਆਰਟੀਕਲ ਨੰਬਰ 93 ਦੇ ਅੰਦਰ ਆਉਂਦੇ ਨੇ। ਫਿਰ ਆਪਣੇ ਕੋਲ ਆਉਂਦਾ ਆਰਟੀਕਲ ਨੰਬਰ 107। ਤਾਂ ਆਰਟੀਕਲ ਨੰਬਰ 107 ਬਿੱਲ ਨਾਲ ਰਿਲੇਟਡ ਹੈ। ਇਹ ਇੱਕ ਆਰਡੀਨਰੀ ਬਿੱਲ ਹੁੰਦਾ। ਆਰਟੀਕਲ ਨੰਬਰ 7 ਦੇ ਅੰਦਰ ਇੱਕ ਆਰਡੀਨਰੀ ਬਿੱਲ ਆਉਂਦਾ ਹੈ। ਉਸ ਤੋਂ ਬਾਅਦ ਆਉਂਦਾ ਆਪਣੇ ਕੋਲ ਆਰਟੀਕਲ ਨੰਬਰ 108। ਤਾਂ 108 ਦੇ ਵਿੱਚ ਜੁਆਇੰਟ ਸੈਸ਼ਨ ਹੁੰਦਾ। ਅਗਰ ਕੋਈ ਵੀ ਬਿੱਲ ਲੋਕ ਸਭਾ ਦੇ ਦੁਆਰਾ ਜਾਂ ਰਾਜ ਸਭਾ ਦੇ ਦੁਆਰਾ, ਅਗਰ ਲੋਕ ਸਭਾ ਦੇ ਦੁਆਰਾ ਰਾਜ ਸਭਾ ਨੂੰ ਭੇਜਿਆ ਗਿਆ, ਅਗਰ ਰਾਜ ਸਭਾ ਦੇ ਦੁਆਰਾ ਲੋਕ ਸਭਾ ਨੂੰ ਭੇਜਿਆ ਗਿਆ, ਤਾਂ ਉਸ ਬਿੱਲ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਉਹ ਬਿੱਲ ਪੈਂਡਿੰਗ ਦੇ ਵਿੱਚ ਪਿਆ ਹੋਇਆ ਹੈ, ਤਾਂ ਉਸ ਸਮੇਂ ਕੀ ਕੀਤਾ ਜਾਂਦਾ, ਇੱਕ ਜੁਆਇੰਟ ਸੈਸ਼ਨ ਬੁਲਾਇਆ ਜਾਂਦਾ। ਕਿਹਦੇ ਦੁਆਰਾ ਬੁਲਾਇਆ ਜਾਂਦਾ, ਪ੍ਰੈਜ਼ੀਡੈਂਟ ਦੇ ਦੁਆਰਾ ਬੁਲਾਇਆ ਜਾਂਦਾ ਉਹ ਸੈਸ਼ਨ। ਔਰ ਉਸ ਦੀ ਪ੍ਰਧਾਨਗੀ ਕੌਣ ਕਰਦਾ ਹੈ, ਪਹਿਲਾਂ ਆ ਕੇ ਉਸ ਸੈਸ਼ਨ ਨੂੰ ਪ੍ਰੈਜ਼ੀਡੈਂਟ ਸ਼ੁਰੂ ਕਰਦਾ ਹੈ ਅਤੇ ਉਸ ਤੋਂ ਬਾਅਦ ਉਸ ਸੈਸ਼ਨ ਦੀ ਪ੍ਰਧਾਨਗੀ ਲੋਕ ਸਭਾ ਦਾ ਸਪੀਕਰ ਕਰਦਾ ਹੈ। ਦੈਨ ਆਰਟੀਕਲ ਨੰਬਰ 109। ਆਰਟੀਕਲ ਨੰਬਰ 109 ਦੇ ਵਿੱਚ ਆਪਣੇ ਕੋਲ ਲਿਖਿਆ ਹੋਇਆ ਪ੍ਰੋਸੈਸ ਆਫ ਮਨੀ ਬਿੱਲ। ਆਰਟੀਕਲ ਨੰਬਰ 109 ਦੇ ਵਿੱਚ ਆਪਣੇ ਕੋਲ ਲਿਖਿਆ ਹੋਇਆ ਪ੍ਰੋਸੈਸ ਆਫ ਮਨੀ ਬਿੱਲ, ਕਿ ਮਨੀ ਬਿੱਲ ਕਿਵੇਂ ਪਾਸ ਕੀਤਾ ਜਾਵੇਗਾ। ਮਨੀ ਬਿੱਲ ਪਹਿਲਾਂ ਪ੍ਰੈਜ਼ੀਡੈਂਟ ਤੋਂ ਪਰਮਿਸ਼ਨ ਲੈਣੀ ਪਏਗੀ, ਫਿਰ ਉਸ ਤੋਂ ਬਾਅਦ ਰਾਜ ਸਭਾ ਦੇ ਵਿੱਚ ਭੇਜਿਆ ਜਾਏਗਾ 14 ਦਿਨ ਦੇ ਲਈ, ਔਰ ਉਸ ਤੋਂ ਬਾਅਦ ਉਹ ਬਿੱਲ ਜਿਹੜਾ ਹੈ ਫਿਰ ਤੋਂ ਦੁਬਾਰਾ ਰਾਸ਼ਟਰਪਤੀ ਕੋਲ ਭੇਜਿਆ ਜਾਏਗਾ ਔਰ ਉਸਨੂੰ ਲਾਗੂ ਕਰ ਦਿੱਤਾ ਜਾਏਗਾ ਜਾਂ ਫਿਰ ਉਸਨੂੰ ਪਾਸ ਕਰ ਦਿੱਤਾ ਜਾਏਗਾ। ਉਸ ਤੋਂ ਬਾਅਦ 110 ਨੰਬਰ ਆਰਟੀਕਲ ਦੇ ਵਿੱਚ ਆਪਣੇ ਕੋਲ ਹੈਗੀ ਹੈ ਡੈਫੀਨੇਸ਼ਨ ਆਫ ਮਨੀ ਬਿੱਲ। ਤਾਂ ਮਨੀ ਬਿੱਲ ਦੀ ਡੈਫੀਨੇਸ਼ਨ ਜੋ ਹੈ ਉਹ 110 ਨੰਬਰ ਆਰਟੀਕਲ ਦੇ ਵਿੱਚ ਲਿਖੀ ਹੋਈ ਹੈ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ 112 ਨੰਬਰ ਆਰਟੀਕਲ। ਇਹ ਐਨੂਅਲ ਫਾਈਨੈਂਸ਼ੀਅਲ ਬਜਟ ਹੁੰਦਾ। ਐਨੂਅਲ ਫਾਈਨੈਂਸ਼ੀਅਲ ਬਜਟ ਆਪਣੇ ਕੋਲ ਜਿਹੜਾ ਹੈ ਉਹ ਆਰਟੀਕਲ ਨੰਬਰ 112 ਦੇ ਅੰਦਰ ਆਉਂਦਾ ਹੈ। ਨੈਕਸਟ ਆਪਣੇ ਕੋਲ ਆਰਟੀਕਲ ਆ ਜਾਂਦਾ 117। ਤਾਂ 117 ਨੰਬਰ ਆਰਟੀਕਲ ਦੇ ਵਿੱਚ ਆਪਣੇ ਕੋਲ ਆਉਂਦਾ ਫਾਈਨੈਂਸ਼ੀਅਲ ਬਿੱਲ। ਫਾਈਨੈਂਸ਼ੀਅਲ ਬਿੱਲ ਜੋ ਹੈ ਆਰਟੀਕਲ ਨੰਬਰ 117 ਦੇ ਅੰਦਰ ਆਉਂਦਾ ਹੈ। ਫਿਰ ਆਉਂਦਾ ਆਪਣੇ ਕੋਲ ਆਰਟੀਕਲ ਨੰਬਰ 123 ਨੰਬਰ ਆਰਟੀਕਲ ਦੇ ਵਿੱਚ ਆਪਣੇ ਕੋਲ ਲਿਖਿਆ ਹੈ ਆਰਡੀਨੈਂਸ ਪਾਵਰ ਆਫ ਪ੍ਰੈਜ਼ੀਡੈਂਟ। ਤਾਂ ਪ੍ਰੈਜ਼ੀਡੈਂਟ ਕੋਲ ਜਿਹੜੀਆਂ ਵੀ ਆਰਡੀਨੈਂਸ ਪਾਵਰਸ ਹੁੰਦੀਆਂ ਨੇ ਉਹ ਲਿਖੀਆਂ ਹੋਈਆਂ ਨੇ ਆਪਣੇ ਕੋਲ ਆਰਟੀਕਲ ਨੰਬਰ 123 ਦੇ ਅੰਦਰ। ਫਿਰ ਆਉਂਦਾ ਆਰਟੀਕਲ ਨੰਬਰ 124 ਦੇ ਵਿੱਚ ਆਪਣੇ ਕੋਲ ਲਿਖੀ ਹੈ ਐਸਟੈਬਲਿਸ਼ਮੈਂਟ ਆਫ ਸੁਪਰੀਮ ਕੋਰਟ। ਐਸਟੈਬਲਿਸ਼ਮੈਂਟ ਆਫ ਸੁਪਰੀਮ ਕੋਰਟ। ਐਸਟੈਬਲਿਸ਼ਮੈਂਟ ਆਫ ਸੁਪਰੀਮ ਕੋਰਟ ਮਤਲਬ ਕਿ ਸੁਪਰੀਮ ਕੋਰਟ ਜੋ ਹੈ ਆਪਣੇ ਕੋਲ ਕਿਹਦੇ ਅੰਦਰ ਹੈ, ਉਹ 124 ਨੰਬਰ ਆਰਟੀਕਲ ਦੇ ਅੰਦਰ ਹੈ। ਫਿਰ ਆਉਂਦਾ ਆਪਣੇ ਕੋਲ ਆਰਟੀਕਲ ਨੰਬਰ 214। ਤਾਂ 214 ਨੰਬਰ ਆਰਟੀਕਲ ਦੇ ਵਿੱਚ ਕੀ ਹੈ 214 ਆਰਟੀਕਲ ਅੰਡਰ ਐਸਟੈਬਲਿਸ਼ਮੈਂਟ ਆਫ ਹਾਈ ਕੋਰਟ। ਤਾਂ 214 ਦੇ ਅੰਦਰ ਕੀ ਹੈ ਜੀ ਆਪਣੇ ਕੋਲ ਹਾਈ ਕੋਰਟ ਹੈ। ਆਰਟੀਕਲ ਨੰਬਰ ਫਿਰ ਆਉਂਦਾ 143 ਜਿਹਨੂੰ ਆਪਾਂ ਕਹਿ ਦਿੰਦੇ ਹਾਂ ਐਡਵਾਈਜ਼ਰੀ ਜੁਰੀਡਿਕਸ਼ਨ। ਮਤਲਬ ਕਿ ਜੋ ਭਾਰਤ ਦਾ ਪ੍ਰੈਜ਼ੀਡੈਂਟ ਹੈ ਉਹ ਸੁਪਰੀਮ ਕੋਰਟ ਤੋਂ ਜੋ ਹੈ ਉਹ ਐਡਵਾਈਸ ਲੈ ਸਕਦਾ ਹੈ। ਪ੍ਰੈਜ਼ੀਡੈਂਟ ਹੈ ਜੋ
ਉਹ ਸੁਪਰੀਮ ਕੋਰਟ ਤੋਂ ਐਡਵਾਈਸ ਲੈ ਸਕਦਾ ਹੈ, ਜਾਂ ਫਿਰ ਇੱਦਾਂ ਕਹਿ ਸਕਦੇ ਹਾਂ ਕਿ ਜਿਹੜਾ ਸੁਪਰੀਮ ਕੋਰਟ ਹੁੰਦਾ ਹੈ ਉਹ ਪ੍ਰੈਜ਼ੀਡੈਂਟ ਨੂੰ ਕਿਸੇ ਵੀ ਮੁੱਦੇ 'ਤੇ ਐਡਵਾਈਸ ਦੇ ਸਕਦਾ ਹੈ, ਬਟ ਅਗਰ ਐਡਵਾਈਸ ਲੈਣੀ ਜਾਂ ਨਹੀਂ ਲੈਣੀ, ਉਸਨੂੰ ਮੰਨਣਾ ਜਾਂ ਨਹੀਂ ਮੰਨਣਾ, ਉਹ ਪ੍ਰੈਜ਼ੀਡੈਂਟ ਦੇ ਹੱਥ ਦੇ ਵਿੱਚ ਹੁੰਦਾ ਹੈ। ਫਿਰ ਆਉਂਦਾ ਆਪਣੇ ਕੋਲ ਆਰਟੀਕਲ ਨੰਬਰ 153, ਗਵਰਨਰ ਆਫ ਸਟੇਟ, ਮਤਲਬ ਕਿ ਇੱਕ ਸਟੇਟ ਦਾ ਗਵਰਨਰ, ਜੋ ਕਿ ਹੈ ਆਰਟੀਕਲ ਨੰਬਰ 153 ਦੇ ਅੰਦਰ ਆਉਂਦਾ ਹੈ। ਫਿਰ ਨੈਕਸਟ ਆਪਣੇ ਕੋਲ ਆਉਂਦਾ ਆਰਟੀਕਲ ਨੰਬਰ 165, ਔਰ 165 ਦੇ ਵਿੱਚ ਆਪਣੇ ਕੋਲ ਆਉਂਦਾ ਐਡਵੋਕੇਟ ਜਨਰਲ ਆਫ ਇੰਡੀਆ, ਐਡਵੋਕੇਟ ਜਨਰਲ ਆਫ ਸਟੇਟ। ਜਿਵੇਂ ਹੁਣ ਮੈਂ ਪਿੱਛੇ ਸੈਕਿੰਡ ਲਾਸਟ ਸਟੇਟ ਦੇ ਵਿੱਚ ਦੱਸਿਆ ਸੀ ਕੁਐਸਚਨ ਦੇ ਵਿੱਚ, ਜਿਹਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਅਟਾਰਨੀ ਜਨਰਲ ਆਫ ਇੰਡੀਆ ਦੀ। ਅਟਾਰਨੀ ਜਨਰਲ ਆਫ ਇੰਡੀਆ ਜੋ ਹੁੰਦਾ ਉਹ ਭਾਰਤ ਦਾ ਲਾਅ ਆਫਿਸਰ ਹੁੰਦਾ ਹੈ, ਅਤੇ ਜਿਹੜਾ ਐਡਵੋਕੇਟ ਜਨਰਲ ਹੁੰਦਾ ਹੈ ਸਟੇਟ ਦਾ, ਅਤੇ ਇਹ ਇੱਕ ਸਟੇਟ ਦਾ ਲਾਅ ਆਫਿਸਰ ਹੁੰਦਾ, ਜਿਹੜਾ ਕਿ 165 ਨੰਬਰ ਆਰਟੀਕਲ ਦੇ ਅੰਦਰ ਆਉਂਦਾ। ਉਸ ਤੋਂ ਬਾਅਦ ਜੋ ਵਰਡਸ ਆਪਣੇ ਕੋਲ ਹੈ ਆਰਟੀਕਲ ਨੰਬਰ 243, ਜਿਹਦੇ ਵਿੱਚ ਆਪਣੇ ਕੋਲ ਪੰਚਾਇਤੀ ਰਾਜ ਆਉਂਦਾ। ਇਹ ਵੀ ਮੋਸਟ ਇੰਪੋਰਟੈਂਟ ਹੈ, ਪੰਚਾਇਤੀ ਰਾਜ ਬਾਰੇ ਕਾਫੀ ਕੁਐਸਚਨ ਪੁੱਛੇ ਜਾ ਰਹੇ ਨੇ। ਨੈਕਸਟ ਆਪਣੇ ਕੋਲ ਆ ਜਾਂਦਾ ਹੈ ਆਰਟੀਕਲ ਨੰਬਰ 266, ਜਿਸ ਦੇ ਵਿੱਚ ਆਪਣੇ ਕੋਲ ਲਿਖਿਆ ਹੋਇਆ ਕੰਸੋਲੀਡੇਟਡ ਫੰਡ ਆਫ ਇੰਡੀਆ। ਤਾਂ ਜਿਹੜਾ ਕੰਸੋਲੀਡੇਟਡ ਫੰਡ ਹੁੰਦਾ ਹੈ ਇੰਡੀਆ ਦਾ, ਕੰਸੋਲੀਡੇਟਡ ਫੰਡ ਜੋ ਹੁੰਦਾ ਹੈ ਇਹ ਪਾਰਲੀਮੈਂਟ ਦੇ ਅੰਦਰ ਆਉਂਦਾ ਹੈ। ਕੰਸੋਲੀਡੇਟਡ ਫੰਡ ਜੋ ਹੁੰਦਾ ਇਹ ਪਾਰਲੀਮੈਂਟ ਦੇ ਅੰਦਰ ਆਉਂਦਾ, ਜਿਹਦੇ ਵਿੱਚੋਂ ਕਿ ਸਰਕਾਰੀ ਜਿਹੜੇ ਹੁੰਦੇ ਨੇ ਮੁਲਾਜ਼ਮ ਵਗੈਰਾ ਹੁੰਦੇ ਨੇ, ਜਾਂ ਹੋਰ ਕੋਈ ਵੀ MP ਵਗੈਰਾ ਹੁੰਦੇ ਨੇ, ਮੈਂਬਰ ਹੁੰਦੇ ਨੇ ਜਿਨ੍ਹਾਂ ਵੀ ਚੀਜ਼ਾਂ ਦੇ, ਠੀਕ ਹੈ। ਤਾਂ ਉਹ ਸਾਰੇ ਜਿਹੜੇ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ, ਉਹਨਾਂ ਨੂੰ ਜੋ ਵੀ ਭੱਤੇ ਦਿੱਤੇ ਜਾਂਦੇ ਨੇ, ਉਹ ਕੰਸੋਲੀਡੇਟਡ ਫੰਡ ਦੇ ਵਿੱਚੋਂ ਹੀ ਦਿੱਤੇ ਜਾਂਦੇ ਨੇ, ਜਿਨ੍ਹਾਂ ਨੂੰ ਕੌਣ ਸੰਭਾਲਦਾ ਹੈ? ਪਾਰਲੀਮੈਂਟ ਸੰਭਾਲਦੀ ਹੈ। ਫਿਰ ਨੈਕਸਟ ਆਉਂਦਾ ਆਪਣੇ ਕੋਲ 267 ਨੰਬਰ ਦੇ ਅੰਦਰ ਕੌਂਟੀਜੈਂਸੀ ਫੰਡ ਆਫ ਇੰਡੀਆ। ਤਾਂ ਇਹ ਕੌਂਟੀਜੈਂਸੀ ਫੰਡ ਕਿਹਦੇ ਅੰਦਰ ਆਉਂਦਾ? ਇਹ ਆਉਂਦਾ ਜੀ ਆਪਣੇ ਕੋਲ ਪ੍ਰੈਜ਼ੀਡੈਂਟ ਦੇ ਅੰਦਰ। ਕਿਹਦੇ ਅੰਦਰ ਆਉਂਦਾ? ਪ੍ਰੈਜ਼ੀਡੈਂਟ ਦੇ ਅੰਦਰ ਆਉਂਦਾ। ਤਾਂ ਫਿਰ ਨੈਕਸਟ ਆਪਣੇ ਕੋਲ ਆਰਟੀਕਲ ਆਉਂਦਾ ਆਰਟੀਕਲ ਨੰਬਰ 324, ਜਿਹਦੇ ਵਿੱਚ ਆਪਣੇ ਕੋਲ ਕੀ ਹੈਗੀ ਹੈ? ਇਲੈਕਸ਼ਨ ਕਮਿਸ਼ਨ। ਆਰਟੀਕਲ ਨੰਬਰ 324 ਦੇ ਵਿੱਚ ਆਉਂਦੀ ਹੈ ਇਲੈਕਸ਼ਨ ਕਮਿਸ਼ਨ, ਜਿਸ ਦੀ ਸਥਾਪਨਾ ਕਦੋਂ ਕੀਤੀ ਗਈ ਸੀ? ਸਥਾਪਨਾ ਕੀਤੀ ਗਈ ਸੀ 26 ਜਨਵਰੀ ਤੋਂ ਇੱਕ ਦਿਨ ਪਹਿਲਾਂ 25 ਜਨਵਰੀ ਨੂੰ ਇਲੈਕਸ਼ਨ ਕਮਿਸ਼ਨ ਦੀ ਸਥਾਪਨਾ ਕੀਤੀ ਜਾਂਦੀ ਸੀ, ਅਤੇ ਉਸੇ ਹੀ 25 ਜਨਵਰੀ ਨੂੰ ਆਪਾਂ ਨੈਸ਼ਨਲ ਵੋਟਰਸ ਡੇ ਵਜੋਂ ਮਨਾਉਂਦੇ ਹਾਂ। ਆਰਟੀਕਲ ਨੰਬਰ 343, ਜਿਹਦੇ ਵਿੱਚ ਆਪਣੇ ਕੋਲ ਲਿਖੀਆਂ ਹੋਈਆਂ ਨੇ ਓਫੀਸ਼ੀਅਲ ਲੈਂਗੁਏਜਿਸ ਆਫ ਦੀ ਯੂਨੀਅਨ, ਮਤਲਬ ਕਿ ਯੂਨੀਅਨ ਦੇ ਵਿੱਚ ਜਿਹੜੀਆਂ ਓਫੀਸ਼ੀਅਲ ਲੈਂਗੁਏਜਿਸ ਬੋਲੀਆਂ ਜਾਂਦੀਆਂ ਨੇ ਉਹ ਆਪਣੇ ਕੋਲ ਆਉਂਦੀਆਂ ਨੇ ਕਿਹਦੇ ਅੰਦਰ? 343 ਦੇ ਅੰਦਰ। ਤਾਂ ਪਹਿਲਾਂ ਹੁੰਦੀਆਂ ਸੀਗੀਆਂ ਆਪਣੇ ਕੋਲ 14 ਓਫੀਸ਼ੀਅਲ ਲੈਂਗੁਏਜਿਸ, ਹੁਣ ਕਿੰਨੀਆਂ ਹੋ ਗਈਆਂ ਨੇ? ਹੁਣ ਹੋ ਚੁੱਕੀਆਂ ਨੇ 22। ਤਾਂ ਇਹਨਾਂ ਦੀ ਵੀ ਮੈਂ ਤੁਹਾਨੂੰ ਜਦੋਂ ਅਮੈਂਡਮੈਂਟਸ ਕਰਵਾਵਾਂਗਾ ਉਸ ਦੇ ਅੰਦਰ ਇਹ ਚੀਜ਼ ਕਲੀਅਰ ਕਰਾਂਗਾ ਕਿ ਜਦੋਂ ਪਹਿਲਾਂ 14 ਲੈਂਗੁਏਜਿਸ ਹੁੰਦੀਆਂ ਨੇ, ਔਰ ਜੋ 22 ਬਾਅਦ ਦੇ ਵਿੱਚ ਜਿਹੜੀਆਂ ਐਡ ਹੋਈਆਂ ਨੇ ਲੈਂਗੁਏਜਿਸ 8, ਉਹ ਕਦੋਂ ਹੋਈਆਂ, ਕਿਵੇਂ ਹੋਈਆਂ, ਕਿਹੜੀ ਅਮੈਂਡਮੈਂਟ ਦੇ ਹੋਈਆਂ, ਅਤੇ ਉਹ ਸਭ ਆਪਾਂ ਉਸ ਵੀਡੀਓ ਦੇ ਵਿੱਚ ਦੇਖਾਂਗੇ, ਕਿਉਂਕਿ ਅਮੈਂਡਮੈਂਟਸ ਦੇ ਉੱਪਰ ਇੱਕ ਵੀਡੀਓਸ ਮੈਂ ਅਲੱਗ ਬਣਾ ਕੇ ਲੈ ਕੇ ਆਵਾਂਗਾ ਤਾਂ ਕਿ ਕਨਫਿਊਜ਼ਨ ਨਾ ਰਹੇ ਕਿਸੇ ਵੀ ਚੀਜ਼ ਦੀ। ਤਾਂ ਨੈਕਸਟ ਚੱਲਦੇ ਹਾਂ ਆਰਟੀਕਲ ਨੰਬਰ 352। ਤਾਂ ਆਰਟੀਕਲ ਨੰਬਰ 352 ਦੇ ਵਿੱਚ ਆਪਣੇ ਕੋਲ ਕੀ ਆਉਂਦੀ ਹੈ? ਨੈਸ਼ਨਲ ਐਮਰਜੈਂਸੀ। ਨੈਸ਼ਨਲ ਐਮਰਜੈਂਸੀ, ਤਾਂ ਨੈਸ਼ਨਲ ਐਮਰਜੈਂਸੀ ਜਿਹੜੀ ਹੈਗੀ ਹੈ ਹੁਣ ਤੱਕ ਕਿੰਨੀ ਵਾਰ ਲੱਗ ਚੁੱਕੀ ਹੈ ਆਪਣੇ ਇੰਡੀਆ ਦੇ ਵਿੱਚ? ਤਾਂ ਹੁਣ ਤੱਕ ਜਿਹੜੀ ਇਹ ਨੈਸ਼ਨਲ ਐਮਰਜੈਂਸੀ ਹੈ ਇਹ 3 ਵਾਰ ਲੱਗ ਚੁੱਕੀ ਹੈ ਇੰਡੀਆ ਦੇ ਅੰਦਰ। ਪਹਿਲੀ ਵਾਰ ਕਦੋਂ ਲੱਗੀ ਸੀ? ਪਹਿਲੀ ਵਾਰ ਲੱਗੀ ਸੀ 1962 ਦੇ ਵਿੱਚ, ਜਦੋਂ ਇੰਡੀਆ ਅਤੇ ਚਾਈਨਾ ਦੀ ਵਾਰ ਲੱਗੀ ਹੋਈ ਸੀ। ਇੰਡੀਆ ਅਤੇ ਚਾਈਨਾ ਦਾ ਜੰਗ ਲੱਗਿਆ ਹੋਇਆ ਸੀ, ਯੁੱਧ ਲੱਗਿਆ ਹੋਇਆ ਸੀ। ਉਸ ਤੋਂ ਬਾਅਦ ਆਪਣੇ ਕੋਲ ਕੀ ਹੈਗੀ ਹੈ? ਸੈਕਿੰਡ ਜੋ ਨੈਸ਼ਨਲ ਐਮਰਜੈਂਸੀ ਲੱਗੀ ਸੀ ਉਹ ਲੱਗੀ ਸੀ 1975 ਦੇ ਵਿੱਚ, ਜਦੋਂ ਇੰਡੀਆ ਅਤੇ ਪਾਕਿਸਤਾਨ ਦਾ ਵਾਰ ਚੱਲ ਰਿਹਾ ਸੀਗਾ। ਉਸ ਤੋਂ ਬਾਅਦ ਸੈਕਿੰਡ ਵਾਰ ਜੋ ਲੱਗੀ ਸੀ 1971 ਦੇ ਵਿੱਚ ਲੱਗੀ ਸੀ। 1971 ਦੇ ਵਿੱਚ ਲੱਗੀ ਸੀ ਜਦੋਂ ਇੰਡੀਆ ਐਂਡ ਪਾਕਿਸਤਾਨ ਦਾ ਵਾਰ ਚੱਲ ਰਿਹਾ ਸੀ। ਔਰ ਥਰਡ ਟਾਈਮ ਲੱਗੀ ਸੀ ਜਦੋਂ 1975 ਦੇ ਵਿੱਚ ਲੱਗੀ ਸੀ, ਜਦੋਂ ਇੰਦਰਾ ਗਾਂਧੀ ਦੇ ਦੁਆਰਾ ਲਗਾਈ ਗਈ ਸੀ। ਕਿਸ ਕਾਰਨ ਤੋਂ ਲਗਾਈ ਗਈ ਸੀ? ਉਹ ਇੰਡੀਆ ਦੇ ਵਿੱਚ ਜਾਂ ਆਪਣੀ ਕੰਟਰੀ ਦੇ ਅੰਦਰ ਕੁਛ ਵੀ ਇੰਟਰਨਲ ਡਿਸਟਰਬੈਂਸ ਦੇ ਕਾਰਨ, ਥੋੜ੍ਹੀ ਬਹੁਤ ਹੋਣ ਦੇ ਕਾਰਨ, ਉਹ ਇੰਦਰਾ ਗਾਂਧੀ ਨੇ ਚੱਕ ਕੇ ਨੈਸ਼ਨਲ ਐਮਰਜੈਂਸੀ ਲਗਾਤੀ ਸੀ। ਤਾਂ ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਹੈ ਆਰਟੀਕਲ ਨੰਬਰ 356 ਨੰਬਰ ਆਰਟੀਕਲ ਦੇ ਵਿੱਚ ਆਪਣੇ ਕੋਲ ਆਉਂਦੀ ਹੈ ਸਟੇਟ ਐਮਰਜੈਂਸੀ। ਤਾਂ ਸਟੇਟ ਐਮਰਜੈਂਸੀ ਜੋ ਹੁੰਦੀ ਹੈ ਇਹ ਹੁਣ ਤੱਕ ਕਿੰਨੀ ਵਾਰ ਲੱਗ ਚੁੱਕੀ ਹੈ? ਤਾਂ ਜੀ 10 ਵਾਰ ਲੱਗ ਚੁੱਕੀ ਹੈ ਆਪਣੇ ਕੋਲ ਮਣੀਪੁਰ ਦੇ ਵਿੱਚ, 9 ਵਾਰ ਲੱਗ ਚੁੱਕੀ ਹੈ ਆਪਣੇ ਕੋਲ UP ਦੇ ਵਿੱਚ, ਔਰ 8 ਵਾਰ ਲੱਗ ਚੁੱਕੀ ਹੈ ਆਪਣੇ ਕੋਲ ਪੰਜਾਬ ਦੇ ਵਿੱਚ। ਤਾਂ ਪੰਜਾਬ ਵਾਲੀ ਯਾਦ ਰੱਖਿਓ, ਉੱਪਰਲੀਆਂ ਵੀ ਯਾਦ ਰੱਖਿਓ, ਪਰ ਪੰਜਾਬ ਵਾਲੀ ਜ਼ਰੂਰ ਯਾਦ ਰੱਖਿਓ ਕਿ ਸਟੇਟ ਐਮਰਜੈਂਸੀ ਪੰਜਾਬ ਦੇ ਵਿੱਚ ਕਿੰਨੀ ਵਾਰ ਲੱਗ ਚੁੱਕੀ ਹੈ। ਤਾਂ ਸਟੇਟ ਐਮਰਜੈਂਸੀ ਪੰਜਾਬ ਦੇ ਵਿੱਚ 8 ਵਾਰ ਲੱਗ ਚੁੱਕੀ ਹੈ। ਔਰ ਸਭ ਤੋਂ ਪਹਿਲੀ ਵਾਰ
ਸਟੇਟ ਐਮਰਜੈਂਸੀ ਕਿੱਥੇ ਲੱਗੀ ਸੀ, ਉਹ ਵੀ ਆਪਣੇ ਪੰਜਾਬ ਦੇ ਵਿੱਚ ਹੀ ਲੱਗੀ ਸੀ, ਉਹ ਵੀ ਆਪਣੇ ਪੰਜਾਬ ਦੇ ਵਿੱਚ ਹੀ ਲੱਗੀ ਸੀ। ਔਰ ਇੱਕ ਕੁਐਸਚਨ ਹੋਰ ਇੱਥੋਂ ਬਣ ਸਕਦਾ ਹੈ ਕਿ ਸਟੇਟ ਐਮਰਜੈਂਸੀ ਸਭ ਤੋਂ ਲੰਬੇ ਟਾਈਮ ਦੇ ਲਈ ਕਿਹੜੀ ਸਟੇਟ ਦੇ ਵਿੱਚ ਲੱਗੀ ਸੀ, ਤਾਂ ਉਹ ਵੀ ਕਿੱਥੇ ਲੱਗੀ ਸੀਗੀ ਜੀ, ਪੰਜਾਬ ਦੇ ਵਿੱਚ ਹੀ ਲੱਗੀ ਸੀ। ਕਦੋਂ ਲੱਗੀ ਸੀ, 1951 ਦੇ ਵਿੱਚ। ਕਦੋਂ ਲੱਗੀ ਸੀ, 1951 ਦੇ ਵਿੱਚ ਲੱਗੀ ਸੀਗੀ ਪਹਿਲੀ ਸਟੇਟ ਐਮਰਜੈਂਸੀ ਪੰਜਾਬ ਦੇ ਵਿੱਚ। ਨੈਕਸਟ ਕੁਐਸਚਨ ਦੀ ओर ਚੱਲਦੇ ਹਾਂ। ਨੈਕਸਟ ਆਪਣਾ ਆਰਟੀਕਲ ਹੈ ਆਰਟੀਕਲ ਨੰਬਰ 360। ਇਹਦੇ ਅੰਦਰ ਆਉਂਦੀ ਹੈ ਆਪਣੇ ਕੋਲ ਫਾਈਨੈਂਸ਼ੀਅਲ ਐਮਰਜੈਂਸੀ। ਤਾਂ ਫਾਈਨੈਂਸ਼ੀਅਲ ਐਮਰਜੈਂਸੀ ਜਿਹੜੀ ਹੈਗੀ ਹੈ ਇਹ ਇੰਡੀਆ ਦੇ ਅੰਦਰ ਅੱਜ ਤੱਕ ਕਦੇ ਨਹੀਂ ਲੱਗੀ। ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਆਰਟੀਕਲ ਨੰਬਰ 368। 368 ਨੰਬਰ ਆਰਟੀਕਲ ਦੇ ਵਿੱਚ ਆਪਣੇ ਕੋਲ ਆਉਂਦਾ ਅਮੈਂਡਮੈਂਟ ਬਿੱਲ, ਜਿਹਦੇ ਦੁਆਰਾ ਸੰਵਿਧਾਨ ਦੇ ਵਿੱਚ, ਭਾਰਤ ਦੇ ਸੰਵਿਧਾਨ ਦੇ ਵਿੱਚ ਚੇਂਜਿੰਗਸ ਕੀਤੀਆਂ ਜਾਂਦੀਆਂ ਨੇ, ਕੁਛ ਐਡੀਸ਼ਨਸ ਕੀਤੀਆਂ ਜਾਂਦੀਆਂ ਨੇ, ਅਮੈਂਡਮੈਂਟਸ ਕੀਤੀਆਂ ਜਾਂਦੀਆਂ ਨੇ। ਤਾਂ ਉਹ ਇਸੇ ਅਮੈਂਡਮੈਂਟ ਬਿੱਲ ਦੇ ਤਹਿਤ ਹੀ ਕੀਤੀਆਂ ਜਾਂਦੀਆਂ ਨੇ, ਜਿਹੜਾ 368 ਨੰਬਰ ਆर्टिकल ਦੇ अंदर आउंदा है। तो थैंक यू दोस्तों वीडियो को पूरा देखने के लिए। और जो वीडियोस को कभी भी देखते हो ना आप, तो वीडियो को स्किप मत करना, क्योंकि अंदर अगर कुछ बोला जाता है ना हमारी ओर से, कि अगर मैं क्वेश्चन से या कुछ भी अगर पॉइंट से हटकर भी कुछ बोल रहा हूँ ना, तो उसके अंदर भी क्या होगा, कोई ना कोई क्वेश्चन का आंसर छुपा होगा। तो वीडियो को स्किप मत किया कीजिए, वीडियो को पूरा देखना हमेशा। और अगर आपने वीडियो को अभी तक शेयर नहीं किया है तो अपने दोस्तों के साथ शेयर जरूर करना, वीडियो को लाइक करना मत भूलना। और अगर आप चैनल पर पहली बार पहुंचे हैं या पहली बार विजिट कर रहे हैं तो चैनल को सब्सक्राइब जरूर कर लेना और साथ में लगे हुए घंटी वाले बटन को भी दबा दिए, ताकि वीडियोस